ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ। ਗੋਆ ਵਿੱਚ ਕੋਵਿਡ ਮਹਾਮਾਰੀ ਦੀ ਦੂਜੀ ਲਹਿਰ ਦਾ ਕਹਿਰ ਜਾਰੀ ਹੈ ਤਾਂ ਗੋਆ ਵਿੱਚ ਵਸਦਾ ਸਿੱਖ ਭਾਈਚਾਰਾ ਇਸ ਵਿਪਤਾ ਦੀ ਘੜੀ ਵਿੱਚ ਲੋੜਵੰਦਾਂ ਬੇਆਸਰਿਆਂ ਦਾ ਸਹਾਰਾ ਬਣਿਆ ਹੋਇਆ ਹੈ। ਪਹਿਲੀ ਲਹਿਰ ਵੇਲੇ ਲੰਗਰ ਦੀ ਸੇਵਾ ਨਿਭਾਉਂਦੀ ਰਹੀ ਗੋਆ ਸਿੱਖ ਯੂਥ ਜਥੇਬੰਦੀ ਵੱਲੋਂ ਥਾਂ-ਥਾਂ ਲੰਗਰ ਦੀ ਵਿਵਸਥਾ ਕੀਤੀ ਗਈ ਹੈ, ਜਿਸ ਤੋਂ ਫੁੱਟਬਾਲ ਦੀ ਦੁਨੀਆ 'ਚ ਜਾਣਿਆ ਪਹਿਚਾਣਿਆ ਨਾਮ ਸੇਵੀਓ ਮੈਦੇਰਾ ਪ੍ਰਭਾਵਿਤ ਨਜ਼ਰ ਆਏ ਅਤੇ ਇਸ ਔਖੀ ਘੜੀ ਵਿੱਚ ਸਿੱਖ ਕੌਮ ਦੀ ਸੇਵਾ ਦੇ ਸੰਕਲਪ ਅਤੇ ਜਜ਼ਬੇ ਦੀ ਤਾਰੀਫ ਕਰਦਿਆਂ ਉਹਨਾਂ ਮਦਦ ਦਾ ਹੱਥ ਅੱਗੇ ਵਧਾਇਆ है। अभी कल हमने 450-500 लोगों का बनाया था। अभी जिस हिसाब से अभी डेली से रिक्वायरमेंट बढ़ रही है, अभी आज हमने 600 किया बॉक्स पे पैक करेंगे। अभी कल से देखेंगे क्या रिक्वायरमेंट है, क्योंकि पहले लोगों को पता नहीं था, पहले लोग कम आए थे कल, तो अभी जैसे जैसे लोगों को पता लगा अभी लोग आने लगे, तो ऐसा रिक्वायरमेंट बढ़ रही है। पिछले साल में ये चल रहा था, हम लोगों ने 2 मंथ में कंटिन्यू खाना बताया था, तो लास्ट टाइम हमने 300 से चालू किया था, तो 6000 को पर डे दे रहे थे हम। ਭਾਰਤ ਦੇ ਸਾਬਕਾ ਮਿਡਫੀਲਡਰ ਨੇ ਇਸ ਮਹਾਮਾਰੀ ਦੇ ਦੌਰਾਨ ਉਹਨਾਂ ਦੇ ਰਾਹਤ ਯਤਨਾਂ ਨੂੰ ਉਤਸ਼ਾਹਿਤ ਕਰਨ ਲਈ ਗੋਆ ਸਿੱਖ ਯੂਥ ਕਮਿਊਨਿਟੀ ਕਿਚਨ ਵਿੱਚ ਪਹੁੰਚ ਕੇ ਉਹਨਾਂ ਦੇ ਕੰਮ ਦੀ ਤਾਰੀਫ ਕੀਤੀ ਹੈ। ਸਿੱਖ ਭਾਈਚਾਰੇ ਵੱਲੋਂ ਗੋਆ ਮੈਡੀਕਲ ਕਾਲਜ ਦੇ ਮੁੱਖ ਗੇਟ ਤੋਂ 500 ਤੋਂ ਵੱਧ ਮੁਫਤ ਭੋਜਨ ਵੰਡਣ ਲਈ ਨਿਰੰਤਰ ਲੰਗਰ ਲਗਾਏ ਗਏ ਹਨ ਅਤੇ 40 ਤੋਂ ਵੱਧ ਥਾਵਾਂ ਤੇ ਲੋੜੀਂਦੀ ਆਕਸੀਜਨ ਸਿਲੰਡਰ ਵੀ ਪਹੁੰਚਾਏ ਜਾ ਰਹੇ ਹਨ। ਮਦੀਰਾ ਨੇ ਨਾ ਸਿਰਫ ਸਿੱਖ ਭਾਈਚਾਰੇ ਪ੍ਰਤੀ ਦਿਆਲੂ ਰੂਪ ਵਿੱਚ ਯੋਗਦਾਨ ਪਾਇਆ, ਬਲਕਿ ਇਹਨਾਂ ਪਰਖ ਸਮੇਂ ਵਿੱਚ ਮਾਨਵਤਾ ਦੀ ਸੇਵਾ ਕਰਦੇ ਰਹਿਣ ਲਈ ਉਤਸ਼ਾਹ ਦੇ ਸ਼ਬਦ ਵੀ ਉਹਨਾਂ ਲਈ ਬਿਆਨ ਕਰਕੇ ਹੌਸਲਾ ਵਧਾਇਆ ਹੈ। ਮਦੀਰਾ ਦਾ ਕਹਿਣਾ ਹੈ ਕਿ ਮੈਨੂੰ ਪਤਾ ਲੱਗਾ ਹੈ ਕਿ ਗੋਆ ਵਿੱਚ ਸਿੱਖ ਯੂਥ ਭਾਈਚਾਰਾ ਬੰਬੋਲੀਮ ਦੇ ਮੈਡੀਕਲ ਕਾਲਜ ਦੇ ਬਾਹਰ ਮੁਫਤ ਖਾਣਾ ਦੇ ਰਿਹਾ ਹੈ ਅਤੇ ਉਹ ਕਰਿਆਨਾ ਅਤੇ ਹੋਰ ਜ਼ਰੂਰੀ ਚੀਜ਼ਾਂ ਲਈ ਦਾਨ ਦੀ ਭਾਲ ਕਰ ਰਹੇ ਹਨ ਤਾਂ ਜੋ ਲੋਕਾਂ ਦੀ ਹੋਰ ਮਦਦ ਕੀਤੀ ਜਾ ਸਕੇ। ਮੈਂ 10 ਮਈ ਨੂੰ ਉਹਨਾਂ ਨੂੰ ਮਿਲਿਆ, ਮੈਨੂੰ ਖੁਸ਼ੀ ਸੀ ਕਿ ਉਹ ਅਜਿਹੇ ਮਨੁੱਖਤਾਵਾਦੀ ਕੰਮ ਕਰ ਰਹੇ ਹਨ, ਉਹਨਾਂ ਲੋਕਾਂ ਦੀ ਸਹਾਇਤਾ ਲਈ ਜੋ ਖਾਣੇ ਦਾ ਪ੍ਰਬੰਧ ਨਹੀਂ ਕਰ ਪਾ ਰਹੇ ਹਨ। ਉਸ ਦਾ ਕਹਿਣਾ ਹੈ ਕਿ ਮੇਰੇ ਲਈ ਦੂਜਿਆਂ ਦੀ ਮਦਦ ਕਰਨਾ ਦਿਖਾਵਾ ਨਹੀਂ, ਬਲਕਿ ਵੇਖਣਾ ਹੈ ਕਿ ਕਿਸੇ ਦੀ ਮਦਦ ਕੀਤੀ ਜਾ ਰਹੀ ਹੈ ਅਤੇ ਇਸ ਬਾਰੇ ਤੁਹਾਨੂੰ ਖੁਸ਼ ਹੋਣਾ ਚਾਹੀਦਾ ਹੈ। ਮਦੀਰਾ ਦਾ ਕਹਿਣਾ ਹੈ ਕਿ ਮੈਂ ਥੋੜਾ ਜਿਹਾ ਦਾਨ ਕਰਦਾ ਹਾਂ, ਕਿਸੇ ਦੀ ਜ਼ਰੂਰਤ ਵਿੱਚ ਮਦਦ ਕਰਦਾ ਹਾਂ, ਜਦੋਂ ਵੀ ਅਸੀਂ ਕੋਸ਼ਿਸ਼ ਕਰਦੇ ਹਾਂ ਉਹ ਪਹੁੰਚਦੇ ਹਨ, ਉਹ ਬਿਹਤਰ ਮਹਿਸੂਸ ਕਰਦੇ ਹਨ। ਮੈਂ ਕਹਿਣਾ ਚਾਹਾਂਗਾ ਕਿ ਇਸ ਮੁਸ਼ਕਿਲ ਸਮੇਂ ਖਾਸ ਕਰ ਭਾਰਤ ਜਿਸ ਦੌਰ ਵਿੱਚੋਂ ਲੰਘ ਰਿਹਾ ਹੈ ਅਤੇ ਸਾਨੂੰ ਕੋਵਿਡ ਨਾਲ ਲੜਨ ਲਈ ਮਾਨਸਿਕ ਤੌਰ ਤੇ ਹੋਰ ਮਜ਼ਬੂਤ ਹੋਣਾ ਪਵੇਗਾ। ਉਹਨਾਂ ਨੇ ਸਿੱਖ ਭਾਈਚਾਰੇ ਦੇ ਇਸ ਜਜ਼ਬੇ ਦੀ ਤਾरीफ की है। आगे हम लोग कंटिन्यू जब तक कोरोना चल रहा है कंटिन्यू करेंगे, जब तक हमारे को भगवान कृपा करेगा, हमारे आदमी फिट रहने चाहिए, होएगा तो हम लोग लगे पड़े हैं, बस कंटिन्यू करेंगे जब तक ऐसा संकट है ना। खाना हमारा कोई अभी ऐसे ही हम लोग डेली पहले ऐसा मेन्यू है, पहले दिन हमने खिचड़ी दिया था, वेजिटेबल खिचड़ी ग्रेन्स डाल के देते हैं हम 6 टाइप प्रकार की, और देसी घी में बना के देते हैं, और बाद में हम लोग वेज पुलाव देते हैं रायते के साथ में। तो एक दिन दाल देते हैं, मतलब येलो दाल और राइस देते हैं, तो बाद में एक दिन कड़ी चावल देते हैं, एक दिन राजमा चावल देते हैं, मतलब लाइट मसाला डाल के हम लोग जैसे हेल्दी थोड़ा अच्छा, हम लोग देसी घी में बनाते हैं जी खाना पूरा। ਸਿੱਖ ਕੌਮ ਨੇ ਇਸ ਵਾਰ ਲੋੜ ਪਈ ਤਾਂ ਆਕਸੀਜਨ ਦੇ ਲੰਗਰ ਵੀ ਖੋਲ ਦਿੱਤੇ ਹਨ। ਕੋਲਕਾਤਾ ਦੇ ਇੱਕ ਗੁਰਦੁਆਰੇ ਨੇ ਮਰੀਜ਼ਾਂ ਨੂੰ ਲੋੜੀਂਦੇ ਆਕਸੀਜਨ ਸਿਲੰਡਰ ਮੁਹੱਈਆ ਕਰਵਾਉਣ ਲਈ ਸਹਾਇਤਾ ਲਈ ਇੱਕ ਆਕਸੀਜਨ ਲੰਗਰ ਸ਼ੁਰੂ ਕੀਤਾ ਹੈ। ਕੋਲਕਾਤਾ ਵਿੱਚ ਸਥਿਤ ਗੁਰਦੁਆਰਾ ਬਿਹਲਾ ਦੀ ਡਰਾਈਵ IHA ਫਾਊਂਡੇਸ਼ਨ ਅਤੇ ਗੁਰਦੁਆਰਾ ਕਮੇਟੀ ਦੁਆਰਾ ਪ੍ਰਬੰਧਿਤ ਕੀਤੀ ਗਈ ਹੈ। ਆਕਸੀਜਨ ਸਿਲੰਡਰ ਪ੍ਰਦਾਨ ਕਰਨ ਦੀ ਮੁਹਿੰਮ ਪਿਛਲੇ ਐਤਵਾਰ ਤੋਂ ਸ਼ੁਰੂ ਕੀਤੀ ਸੀ। ਐਤਵਾਰ ਨੂੰ ਹੀ ਲਗਭਗ 18 ਲੋਕਾਂ ਨੇ ਇਸ ਸੇਵਾ ਦਾ ਲਾਭ ਲਿਆ ਸੀ। ਇਸ ਤੋਂ ਪਹਿਲਾਂ ਪਿਛਲੇ ਹਫ਼ਤੇ ਹੀ ਗਾਜ਼ੀਆਬਾਦ ਇੰਦਰਾਪੁਰਮ ਦੇ ਗੁਰਦੁਆਰੇ ਨੇ ਮਰੀਜ਼ਾਂ ਦੀ ਸਹਾਇਤਾ ਲਈ ਆਕਸੀਜਨ ਲੰਗਰ ਦੀ ਸਹੂਲਤ ਦੀ ਸ਼ੁਰੂਆਤ ਕੀਤੀ ਸੀ। ਉਹ ਲੋੜਵੰਦ ਮਰੀਜ਼ ਜੋ ਹਸਪਤਾਲ ਵਿੱਚ ਬੈੱਡ ਨਾ ਮਿਲਣ ਤੋਂ ਪਰੇਸ਼ਾਨ ਹਨ, ਉਹਨਾਂ ਲੋਕਾਂ ਨੂੰ ਆਕਸੀਜਨ ਸਿਲੰਡਰ ਬੁੱਕ ਕਰਨ ਲਈ ਇੱਕ ਹੈਲਪਲਾਈਨ ਨੰਬਰ ਵੀ ਲਾਂਚ ਕੀਤਾ ਗਿਆ। ਦੇਸ਼ ਭਰ ਵਿੱਚ ਮਹਾਮਾਰੀ ਜਾਂ ਐਮਰਜੈਂਸੀ ਦੌਰਾਨ ਜਦੋਂ ਵੀ ਲਾਲਚੀ ਅਤੇ ਵਪਾਰੀ ਵਰਗ ਕਿਸੇ ਜ਼ਰੂਰੀ ਵਸਤੂ ਦੀ ਕਾਲਾਬਾਜ਼ਾਰੀ ਸ਼ੁਰੂ ਕਰਦੇ ਹਨ ਤਾਂ ਐਨ ਉਸ ਵੇਲੇ ਸਿੱਖ ਧਰਮ ਨੂੰ ਮੰਨਣ ਵਾਲੇ ਪੈਰੋਕਾਰ ਗੁਰਦੁਆਰਿਆਂ ਅੰਦਰ ਉਹਨਾਂ ਹੀ ਵਸਤਾਂ ਦਾ ਲੰਗਰ ਮੁਫਤ ਵਿੱਚ ਲਗਾ ਦਿੰਦੇ ਹਨ। ਕੋਰੋਨਾ ਮਹਾਮਾਰੀ ਦੌਰਾਨ ਇਸ ਨਾਮਰਾਦ ਬਿਮਾਰੀ ਨਾਲ ਪੀੜਤ ਲੋਕਾਂ ਲਈ ਜਦੋਂ ਦੇਸ਼ ਦੇ ਹਜ਼ਾਰਾਂ ਹਸਪਤਾਲਾਂ ਵਿੱਚ ਆਕਸੀਜਨ ਦੀ ਭਾਰੀ ਘਾਟ ਸੀ ਅਤੇ ਵਪਾਰੀ ਵਰਗ ਆਕਸੀਜਨ ਦੇ ਇਹਨਾਂ ਸਿਲੰਡਰਾਂ ਦੀ ਦੁੱਗਣੇ ਚੌਗੁਣੇ ਰੇਟ ਤੇ ਕਾਲਾਬਾਜ਼ਾਰੀ ਕਰ ਰਿਹਾ ਸੀ ਤਾਂ ਸਿੱਖ ਕੌਮ ਨੇ ਆਪਣੇ ਦਸਵੰਧ ਨਾਲ ਦਿੱਲੀ ਦੇ ਪ੍ਰਸਿੱਧ ਅਤੇ ਇਤਿਹਾਸਕ ਗੁਰਦੁਆਰਿਆਂ ਜਿਵੇਂ ਕਿ ਗੁਰਦੁਆਰਾ ਬੰਗਲਾ ਸਾਹਿਬ, ਗੁਰਦੁਆਰਾ ਸੀਸਗੰਜ ਸਾਹਿਬ,
ਗੁਰਦੁਆਰਾ ਰਕਾਬਗੰਜ ਸਾਹਿਬ ਅਤੇ ਗੁਰਦੁਆਰਾ ਮਜਨੂ ਕਾ ਟਿੱਲਾ ਵਿਖੇ ਕਰੋਨਾ ਮਹਾਮਾਰੀ ਨਾਲ ਪੀੜਤ ਅਤੇ ਸਾਹ ਲੈਣ ਤੋਂ ਔਖੇ ਲੋਕਾਂ ਲਈ ਆਕਸੀਜਨ ਦਾ ਮੁਫਤ ਲੰਗਰ ਲਗਾਇਆ। ਇਸ ਲੰਗਰ ਵਿੱਚ ਉਹ ਪੀੜਤ ਲੋਕ ਜਿਹੜੇ ਗੁਰਦੁਆਰਾ ਸਾਹਿਬ ਆਉਣ ਤੋਂ ਅਸਮਰੱਥ ਸਨ ਨੂੰ ਘਰ ਲਿਜਾਣ ਲਈ ਵੀ ਆਕਸੀਜਨ ਸਿਲੰਡਰ ਤਕਸੀਮ ਕੀਤੇ ਗਏ। ਇਹਨਾਂ ਦਿਨਾਂ ਅੰਦਰ ਅੰਤਰਰਾਸ਼ਟਰੀ ਪੱਧਰ ਦੀ ਖਾਲਸਾ ਏਡ ਸੁਸਾਇਟੀ ਜਿਹੜੇ ਸਮੁੱਚੇ ਸੰਸਾਰ ਅੰਦਰ ਲੋਕ ਭਲਾਈ ਦੇ ਕਾਰਜ ਕਰਨ ਲਈ ਪ੍ਰਸਿੱਧ ਹੈ ਵੱਲੋਂ ਦਿੱਲੀ ਦੇ ਕਈ ਹਸਪਤਾਲਾਂ ਨੂੰ ਕੋਰੋਨਾ ਸੰਕਟ ਤੋਂ ਬਚਾਉਣ ਲਈ ਸੰਬੰਧਿਤ ਬਹੁਤ ਸਾਰਾ ਕੀਮਤੀ ਸਮਾਨ ਭੇਜਿਆ ਗਿਆ ਤਾਂ ਇਸ ਸਮਾਨ ਦੀ ਕਾਲਾਬਾਜ਼ਾਰੀ ਕਰਨ ਦੀ ਕੋਸ਼ਿਸ਼ ਦਿੱਲੀ ਹਾਈ ਕੋਰਟ ਦੀ ਦਖਲ ਅੰਦਾਜ਼ੀ ਨਾਲ ਰੋਕੀ ਗਈ। 3 ਦਿਨ ਪਹਿਲਾਂ ਬਾਲੀਵੁੱਡ ਦੇ ਪ੍ਰਸਿੱਧ ਗੈਰ ਸਿੱਖ ਅਦਾਕਾਰ ਅਮਿਤਾਭ ਬੱਚਨ ਵੱਲੋਂ ਦਿੱਲੀ ਦੀ ਗੁਰੂ ਤੇਗ ਬਹਾਦਰ ਵੈਲਫੇਅਰ ਸੁਸਾਇਟੀ ਨੂੰ 2 ਕਰੋੜ ਰੁਪਏ ਦੀ ਵਿੱਤੀ ਮਦਦ ਇਸ ਲਈ ਦਿੱਤੀ ਗਈ ਕਿ ਸਿੱਖਾਂ ਦੀ ਸੰਸਥਾ ਕਰੋਨਾ ਮਹਾਮਾਰੀ ਦੌਰਾਨ ਲੋਕਾਂ ਦੀਆਂ ਕੀਮਤੀ ਜਾਨਾਂ ਬਚਾਉਣ ਲਈ ਬਹੁਤ ਵਧੀਆ ਕੰਮ ਕਰ ਰਹੀ ਹੈ। ਪਰ ਪੰਜਾਬ ਦੇ ਕਈ ਸੈਂਕੜੇ ਨਾਮੀ ਸਿਆਸਤਦਾਨ ਜਿਹੜੇ ਵਿਧਾਇਕ ਅਤੇ ਸੰਸਦ ਮੈਂਬਰ ਬਣਨ ਤੋਂ ਬਾਅਦ ਲੱਖਾਂ ਰੁਪਏ ਤਨਖਾਹਾਂ ਤੇ ਪੈਨਸ਼ਨਾਂ ਦੇ ਰੂਪ ਵਿੱਚ ਲੈ ਚੁੱਕੇ ਹਨ ਜਾਂ ਲੈ ਰਹੇ ਹਨ, ਹੁਣ ਤੱਕ ਕਰੋਨਾ ਮਹਾਮਾਰੀ ਦੌਰਾਨ ਪੀੜਤ ਲੋਕਾਂ ਦੀ ਸਹਾਇਤਾ ਦੇ ਰੂਪ ਵਿੱਚ ਕਾਣੀ ਕੌਡੀ ਵੀ ਦਾਨ ਵਿੱਚ ਨਹੀਂ ਕੀਤੀ। ਇਸੇ ਤਰ੍ਹਾਂ ਹੀ ਹਾਲਾਤ ਸਾਡੇ ਅਰਬਪਤੀ ਸਿੱਖ ਸਿਆਸਤਦਾਨਾਂ, ਸੰਤਾਂ, ਪ੍ਰਚਾਰਕਾਂ, ਅਖੌਤੀ ਬਾਬਿਆਂ, ਡੇਰੇਦਾਰਾਂ ਅਤੇ ਵੱਡੀਆਂ ਜਾਗੀਰਾਂ ਦੇ ਮਾਲਕਾਂ ਦੇ ਵੀ ਹਨ। ਕਰੋਨਾ ਮਹਾਮਾਰੀ ਤੋਂ ਗਰੀਬ ਲੋਕਾਂ ਨੂੰ ਬਚਾਉਣ ਲਈ ਸਿੱਖ ਸੰਸਥਾਵਾਂ ਵੱਲੋਂ ਚਲਾਏ ਆਕਸੀਜਨ ਦੇ ਅਸ਼ਮੇ ਜੱਗ ਵਿੱਚ ਹੋਰ ਕਈ ਕਾਰਜ ਵਿੱਚ ਹੁਣ ਤੱਕ ਇੱਕ ਵੀ ਧੇਲਾ ਮਦਦ ਦੇ ਰੂਪ ਵਿੱਚ ਨਹੀਂ ਭੇਜਿਆ ਹੈ। ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ।